Hello everyone, this is Sakshi Agarwal from Malerkotla. I welcome you all on मेहनती बच्चे. I hope you all are doing well. ਤੁਸੀਂ ਆਪਣਾ ਤੇ ਆਪਣੀ ਫੈਮਿਲੀ ਦਾ ਧਿਆਨ ਬਹੁਤ ਵਧੀਆ ਢੰਗ ਨਾਲ ਰੱਖ ਰਹੇ ਹੋਗੇ. ਸੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਜਨ 2020 ਤੋਂ ਲੈ ਕੇ ਜੂਨ 2020 ਤੱਕ ਦੇ ਕਰੰਟ ਅਫੇਅਰਸ ਡਿਸਕਸ ਕਰਾਂਗੇ. ਇਸ ਸੀਰੀਜ਼ ਦਾ ਪਾਰਟ 4th ਹੈ. ਇਸ ਤੋਂ ਪਹਿਲਾਂ 3 ਪਾਰਟ ਅਪਲੋਡ ਹੋ ਚੁੱਕੇ ਹਨ. ਸੋ ਜਿਹੜੇ ਵੀ ਸਟੂਡੈਂਟਸ ਇਹ ਵੀਡੀਓ ਨੂੰ ਫਸਟ ਟਾਈਮ ਦੇਖ ਰਹੇ ਹਨ ਉਹ ਵੀਡੀਓਜ਼ ਜਿਹੜੇ ਪਹਿਲੇ 3 ਪਾਰਟਸ ਨੂੰ ਜ਼ਰੂਰ ਦੇਖੋ ਤੇ ਇਸ ਤੋਂ ਇਲਾਵਾ ਤੁਹਾਨੂੰ ਚੈਨਲ ਦੇ ਉੱਪਰ ਹੋਰ ਵੀ ਕਾਫੀ ਸਾਰਾ ਮਟੀਰੀਅਲ ਮਿਲ ਜੂਗਾ ਤੇ ਨਾਲ ਹੀ ਤੁਸੀਂ ਡੇਲੀ ਬੇਸਿਸ ਤੇ ਕਰੰਟ ਅਫੇਅਰਸ ਨੂੰ ਰੀਡ ਕਰਨ ਦੇ ਲਈ ਤੇ ਕੁਇਜ਼ ਨੂੰ ਸੋਲਵ ਕਰਨ ਦੇ ਲਈ ਮਿਹਨਤੀ ਬੱਚੇ ਚੈਨਲ ਨੂੰ ਟੈਲੀਗ੍ਰਾਮ ਇੰਸਟਾਗ੍ਰਾਮ ਤੇ ਫੇਸਬੁੱਕ ਦੇ ਉੱਪਰ ਫੋਲੋ ਕਰ ਸਕਦੇ ਹੋ. ਇੱਥੇ ਡੇਲੀ ਬੇਸਿਸ ਤੇ ਕਰੰਟ ਅਫੇਅਰਸ ਵੀ ਅਪਲੋਡ ਕੀਤੇ ਜਾਂਦੇ ਆ ਤੇ ਨਾਲ ਹੀ ਕੁਇਜ਼ ਵੀ ਅਪਲੋਡ ਕੀਤੇ ਜਾਂਦੇ ਆ. ਤੇ ਇਸ ਤੋਂ ਇਲਾਵਾ ਕੁਝ ਟੈਸਟ ਸੀਰੀਜ਼ ਲਾਂਚ ਹੋਈਆਂ ਹੋਈਆਂ, ਇਹਦੇ ਬਾਰੇ ਤੁਸੀਂ ਡਿਟੇਲਸ ਲੈ ਸਕਦੇ ਹੋ ਜਿਹੜਾ ਵੀ ਐਗਜ਼ਾਮ ਤੁਸੀਂ ਦੇ ਰਹੇ ਹੋ ਉਹਦੇ ਅਕੋਰਡਿੰਗ. ਸੋ ਜਿਹੜੇ ਵੀ ਸਟੂਡੈਂਟਸ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰੋ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਤਾਂ ਕਿ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਨੂੰ ਮਿਲਦੀ ਰਹੇ. ਤੇ ਇਹ ਲੈਕਚਰ ਦੀ PDF ਨੂੰ ਡਾਊਨਲੋਡ ਤੁਸੀਂ ਕਰ ਸਕਦੇ ਹੋ www.mehnatibacche.com ਦੇ ਉੱਪਰ ਜਾ ਕੇ. ਸੋ ਸਟਾਰਟ ਕਰਦੇ ਹਾਂ ਅੱਜ ਦੀ ਡਿਸਕਸ਼ਨ. ਸੋ ਸਭ ਤੋਂ ਪਹਿਲਾ ਕਰੰਟ ਅਫੇਅਰ ਹੈ ਰਿਗਾਰਡਿੰਗ WHO ਫਾਊਂਡੇਸ਼ਨ. ਇਹਨੂੰ ਕ੍ਰੀਏਟ ਕਰਨ ਦੀ ਅਨਾਊਂਸਮੈਂਟ ਕਿਹਨੇ ਕੀਤੀ ਸੀ? WHO ਫਾਊਂਡੇਸ਼ਨ ਨੂੰ WHO ਨੇ, ਠੀਕ ਹੈ, ਵਰਲਡ ਹੈਲਥ ਆਰਗੇਨਾਈਜੇਸ਼ਨ ਨੇ. ਉਹ ਤੋਂ ਬਾਅਦ ਅਗਰ ਆਪਾਂ WHO ਫਾਊਂਡੇਸ਼ਨ ਦੀ ਗੱਲ ਕਰੀਏ ਤਾਂ ਇੱਕ ਇੰਡੀਪੈਂਡੈਂਟ ਗ੍ਰਾਂਟ ਮੇਕਿੰਗ ਐਂਟਿਟੀ ਹੈ ਜਿਹੜੀ ਕਿ ਸਪੋਰਟ ਕਰੂਗੀ WHO ਦੇ ਐਫਰਟਸ ਕਿ ਉਹ ਗਲੋਬਲ ਲੈਵਲ 'ਤੇ ਹੈਲਥ ਚੈਲੰਜਸ ਨੂੰ ਫੇਸ ਕਰ ਸਕੇ ਜਾਂ ਐਡਰੈਸ ਕਰ ਸਕੇ. ਓਕੇ, ਜਿਹੜੀ ਇਹ ਫਾਊਂਡੇਸ਼ਨ ਹੈ ਉਹ ਸਪੋਰਟ ਕਰੂਗੀ ਪਬਲਿਕ ਹੈਲਥ ਨੀਡਸ ਨੂੰ ਬਾਈ ਪ੍ਰੋਵਾਈਡਿੰਗ ਫੰਡਸ ਟੂ WHO. ਮੇਨ ਇਹਦਾ ਕੰਮ ਕੀ ਹੋਊਗਾ? WHO ਨੂੰ ਫੰਡਸ ਪ੍ਰੋਵਾਈਡ ਕਰਨਾ. ਓਕੇ, ਐਂਡ ਟਰਸਟਿਡ ਇੰਪਲੀਮੈਂਟਿੰਗ ਪਾਰਟਨਰਸ ਬਟ ਇਜ਼ ਲੀਗਲੀ ਸੈਪਰੇਟ ਫਰੋਮ WHO. ਬਟ ਇਹ ਲੀਗਲੀ ਸੈਪਰੇਟ ਰਹੂਗੀ WHO ਤੋਂ. ਅਗਰ ਆਪਾਂ ਇਹਦੇ ਹੈੱਡਕੁਆਟਰਸ ਦੀ ਗੱਲ ਕਰੀਏ ਤਾਂ ਹੈੱਡਕੁਆਟਰਸ ਕਿੱਥੇ ਹੈ? ਇਹਦੇ ਜੈਨੇਵਾ ਦੇ ਵਿੱਚ. ਓਕੇ, ਦ ਫਾਊਂਡੇਸ਼ਨ ਵਿਲ ਵਰਕ ਵਿਦ individual donors, journal public and corporate partners to strengthen health system globally. ਜਿਹੜੀ ਇਹ ਫਾਊਂਡੇਸ਼ਨ ਹੈ ਉਹ ਇੰਡੀਵਿਜੂਅਲ ਡੋਨਰ ਜਰਨਲ ਪਬਲਿਕ ਤੇ ਕਾਰਪੋਰੇਟ ਪਾਰਟਨਰਸ ਨਾਲ ਮਿਲ ਕੇ ਕੰਮ ਕਰੂਗੀ ਤਾਂ ਕਿ ਗਲੋਬਲੀ ਲੈਵਲ 'ਤੇ ਹੈਲਥ ਸਿਸਟਮ ਨੂੰ ਸਟਰੈਂਥਨ ਕੀਤਾ ਜਾਵੇ. ਸੋ WHO ਫਾਊਂਡੇਸ਼ਨ ਦੇ ਉੱਪਰ ਤੁਸੀਂ ਕੀ ਕੁਐਸਚਨਸ ਐਕਸਪੈਕਟ ਕਰ ਸਕਦੇ ਹੋ? ਸਭ ਤੋਂ ਪਹਿਲਾਂ ਇਹਨੂੰ ਕਿਹਨੇ ਬਣਾਇਆ? ਵਰਲਡ ਹੈਲਥ ਆਰਗੇਨਾਈਜੇਸ਼ਨ ਨੇ. ਸੈਕਿੰਡ, ਇਹਦੇ ਹੈੱਡਕੁਆਟਰਸ ਕਿੱਥੇ ਹੈ? ਓਕੇ, ਤੁਸੀਂ WHO ਦੇ ਹੈੱਡਕੁਆਟਰਸ ਕਮੈਂਟਸ 'ਚ ਦੱਸਿਓ ਬਿਕੋਜ਼ ਇਹਦੇ ਉੱਪਰ ਕਾਫੀ ਇੰਪੋਰਟੈਂਟ ਕੁਐਸਚਨ ਆ ਸਕਦਾ ਐਗਜ਼ਾਮ ਦੇ ਵਿੱਚ. ਓਕੇ, ਦੈਨ ਨੈਕਸਟ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਫਾਊਂਡੇਸ਼ਨ ਹੈ ਉਹਦਾ ਮੇਨ ਕੰਮ ਕੀ ਹੈ? WHO ਨੂੰ ਫੰਡਸ ਪ੍ਰੋਵਾਈਡ ਕਰਨਾ ਤੇ ਇਹ WHO ਤੋਂ ਲੀਗਲੀ ਸੈਪਰੇਟਿਡ ਹੈ. ਸੋ ਸੈਕਿੰਡ ਕਰੰਟ ਅਫੇਅਰ ਹੈ ਮੀਟਿੰਗ ਆਫ ਬ੍ਰਿਕਸ ਹੈਡ ਆਫ ਟੈਕਸ ਅਥਾਰਟੀਜ਼ ਹੈਲਡ. ਓਕੇ, ਹੁਣ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹੀ ਪਤਾ ਹੋਣਾ ਚਾਹੀਦਾ ਹੈ ਕਿ ਬ੍ਰਿਕਸ ਜਿਹੜੀ ਹੈ ਉਹਦੇ ਵਿੱਚ ਕਿਹੜੀ ਕੰਟਰੀਜ਼ ਆਉਂਦੇ ਆ. ਸੋ ਇੱਕ ਵਾਰ ਦੇਖ ਲੈਂਦੇ ਹਾਂ. B ਫॉर ਬ੍ਰਾਜ਼ੀਲ, R ਫॉर ਰਸ਼ੀਆ, I ਫॉर ਇੰਡੀਆ, C ਫॉर ਚਾਈਨਾ ਐਂਡ S ਫॉर ਸਾਊਥ ਅਫਰੀਕਾ. ਇਹਨੂੰ ਯਾਦ ਕਰ ਲਓ. ਓਕੇ, ਬੇਸਿਕਲੀ ਮੀਟਿੰਗ ਹੋਈ ਸੀ ਕਿੰਨਾ ਦੀ? ਜਿਹੜੇ ਟੈਕਸ ਅਥਾਰਟੀਜ਼ ਦੇ ਹੈਡਸ ਨੇ ਬ੍ਰਿਕਸ ਕੰਟਰੀਜ਼ ਦੇ. ਓਕੇ, ਜਿਹੜੀ ਇਹ ਮੀਟਿੰਗ ਹੈ ਉਹਨੂੰ ਹੋਸਟ ਕਿਹਨੇ ਕੀਤਾ? ਫੈਡਰਲ ਟੈਕਸ ਸਰਵਿਸਿਜ਼ ਨੇ. ਕਿਹੜੀ ਕੰਟਰੀ ਦੀਆਂ? ਰਸ਼ੀਆ, ਠੀਕ ਹੈ. ਅਤੇ ਰਸ਼ੀਆ ਹੀ ਕਰੰਟਲੀ ਹੋਲਡ ਕਰ ਰਹੀ ਹੈ ਬ੍ਰਿਕਸ ਦੀ ਪ੍ਰੈਜ਼ੀਡੈਂਸੀ ਨੂੰ. ਇਹ ਵੀ ਕਾਫੀ ਇੰਪੋਰਟੈਂਟ ਚੀਜ਼ ਹੈ. ਉਹ ਤੋਂ ਬਾਅਦ ਟੂ ਡਿਸਕਸ ਦਾ ਰਿਸਪੌਂਸ ਆਫ ਬ੍ਰਿਕਸ ਟੈਕਸੇਸ਼ਨ ਅਥਾਰਟੀਜ਼ to the COVID-19 pandemic and to explore potential areas of cooperation in tax matters. ਜਿਹੜੀ ਮੀਟਿੰਗ ਹੈ ਉਹ ਬੇਸਿਕਲੀ ਕਾਹਦੇ ਲਈ ਹੋਈ? ਤਾਂ ਕਿ ਬ੍ਰਿਕਸ ਟੈਕਸ ਅਥਾਰਟੀਜ਼ ਦਾ ਰਿਸਪੌਂਸ ਨੂੰ ਡਿਸਕਸ ਕੀਤਾ ਜਾਵੇ ਕਿ ਕਿਵੇਂ COVID-19 ਦੇ ਨਾਲ ਨਿਪਟਿਆ ਜਾ ਸਕਦਾ ਹੈ. ਓਕੇ, ਅਤੇ ਐਸੇ ਪੋਟੈਂਸ਼ੀਅਲ ਏਰੀਆਜ਼ ਦੇ ਬਾਰੇ ਐਕਸਪਲੋਰ ਕੀਤਾ ਜਾ ਸਕੇ ਜਿੱਥੇ ਜਿਹੜੀ ਕੰਟਰੀਜ਼ ਹੈ ਉਹ ਆਪਸ 'ਚ ਕੋਆਪਰੇਟ ਕਰ ਸਕਦੀਆਂ ਨੇ ਟੈਕਸ ਮੈਟਰਸ ਦੇ ਵਿੱਚ. ਓਕੇ, ਜਿਹੜੀ ਮੀਟਿੰਗ ਹੈ ਵੈਸੇ ਉਹ ਮੋਸਕੋ ਦੇ ਵਿੱਚ ਹੋਣੀ ਸੀ ਬਟ COVID-19 ਸਿਚੁਏਸ਼ਨ ਦੇ ਕਰਕੇ ਵੀਡੀਓ ਕਾਨਫਰੰਸਿੰਗ ਨਾਲ ਮੀਟਿੰਗ ਹੋਈ. ਇੰਡੀਆ ਨੂੰ ਕਿਹਨਾਂ ਨੇ ਰਿਪਰੈਜ਼ੈਂਟ ਕੀਤਾ ਇਹ ਮੀਟਿੰਗ ਦੇ ਵਿੱਚ? ਇਹ ਇੰਪੋਰਟੈਂਟ ਕੁਐਸਚਨ ਹੈ. ਸੋ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਫਾਈਨਾਂਸ ਸੈਕਟਰੀ ਨੇ ਜਿਨ੍ਹਾਂ ਦਾ ਨਾਮ ਹੈ ਅਜੇ ਭੂਸ਼ਣ ਪਾਂਡੇ. ਓਕੇ, ਸੋ ਤੁਹਾਨੂੰ ਇਹਦੇ ਉੱਪਰ ਕੀ ਕੁਐਸਚਨ ਆ ਸਕਦਾ? ਸਭ ਤੋਂ ਪਹਿਲਾਂ ਤਾਂ ਬ੍ਰਿਕਸ ਦੇ ਬਾਰੇ ਪਤਾ ਹੋਣਾ ਚਾਹੀਦਾ ਵੀ ਕਿਹੜੀ ਕੰਟਰੀਜ਼ ਹੈ. ਦੈਨ ਜਿਹੜੀ ਇਹ ਮੀਟਿੰਗ ਹੈ ਉਹਨੂੰ ਹੋਸਟ ਕਿਹਨੇ ਕੀਤਾ ਇਹ ਪਤਾ ਹੋਣਾ ਚਾਹੀਦਾ. ਬ੍ਰਿਕਸ ਦੀ ਪ੍ਰੈਜ਼ੈਂਟ ਟਾਈਮ 'ਤੇ ਪ੍ਰੈਜ਼ੀਡੈਂਸੀ ਕਿਹੜੀ ਕੰਟਰੀ ਕੋਲ ਹੈ? ਰਸ਼ੀਆ ਕੋਲ. ਦੈਨ ਜਿਹੜੀ ਇਹ ਮੀਟਿੰਗ ਹੈ ਉਹ ਵੈਸੇ ਮੋਸਕੋ ਦੇ ਵਿੱਚ ਹੋਣੀ ਸੀ ਬਟ ਕਿਉਂਕਿ COVID-19 ਸਿਚੁਏਸ਼ਨ ਹੈ ਤਾਂ ਉਹ ਨਹੀਂ ਹੋ ਪਾਈ. ਅਤੇ ਇੰਡੀਆ ਨੂੰ ਕਿਹਨੇ ਰਿਪਰੈਜ਼ੈਂਟ ਕੀਤਾ ਸੀ? ਅਜੇ ਭੂਸ਼ਣ ਪਾਂਡੇ ਨੇ. ਸੋ ਨੈਕਸਟ ਕਰੰਟ ਅਫੇਅਰ ਹੈ ਰਿਗਾਰਡਿੰਗ GI ਟੈਗ ਫॉर ਕਸ਼ਮੀਰ ਸੈਫਰਨ. GI ਟੈਗ ਮਤਲਬ ਹੁੰਦਾ ਜੋਗ੍ਰਾਫਿਕਲ ਇੰਡੀਕੇਸ਼ਨ ਟੈਗ, ਠੀਕ ਹੈ. ਇਹਦੇ ਬਾਰੇ ਇੱਕ ਵਾਰ ਰੀਡ ਕਰ ਲੈਂਦੇ ਹਾਂ. GI or geographical indication is a name or a sign given to certain products that relate to specific geographical location or origins like a country, town or region.
Using geographical indication may be regarded as certification that a particular product is produced as per the traditional method and has certain specific qualities or has particular reputation because of its geographical origin. अगर आप किसी भी प्रोडक्ट ਨੂੰ geographical indication tag ਦੇ ਦਿੰਦੇ ਆ ਤਾਂ ਉਹਨੂੰ ਇਹ ਸਰਟੀਫਿਕੇਸ਼ਨ ਮਿਲ ਜਾਂਦੀ ਹੈ ਉਹ ਪ੍ਰੋਡਕਟ ਨੂੰ ਕਿ ਉਹ ਜਿਹੜਾ ਪ੍ਰੋਡਕਟ ਹੈ ਉਹ ਕਿਸੇ ਪਰਟੀਕੂਲਰ ਏਰੀਆ ਨੂੰ ਬਿਲੋਂਗ ਕਰਦਾ ਹੈ ਤੇ ਉਹਨੂੰ ਉੱਥੇ ਟ੍ਰੈਡੀਸ਼ਨਲ ਮੈਥਡਸ ਦੇ ਨਾਲ ਉਗਾਇਆ ਜਾ ਰਿਹਾ ਹੈ, ਠੀਕ ਹੈ, ਤੇ ਉਹਦੀ ਕੁਝ ਸਪੈਸੀਫਿਕ ਕੁਆਲਿਟੀਜ਼ ਹੈ। ਜੋਗ੍ਰਾਫਿਕਲ ਇੰਡੀਕੇਸ਼ਨ ਆਰ ਟਿਪੀਕਲੀ ਯੂਜ਼, ਇਹਨੂੰ ਕਿਸ ਚੀਜ਼ਾਂ ਦੇ ਲਈ ਯੂਜ਼ ਕੀਤਾ ਜਾਂਦਾ ਹੈ? ਵਾਈਨ ਐਂਡ ਸਪਿਰਿਟ ਡਰਿੰਕਸ, ਦੈਨ ਫੂਡ ਸਟਫਸ, agriculture products, handicrafts and industrial products. Then GI tag ensures that none other than those registered as authorized users are allowed to use the popular product name. यानी कि हुण देखो जिवें जोग्राफिकल इंडिकेशन टैग कश्मीरी सैफरन नूं मिलिया ना तो जिहड़े कश्मीर दे लोग ने, ठीक है, वो इस नाम नूं यूज़ कर सकते हैं, वही यूज़ कर सकते हैं। अगर कोई पंजाब च बैठा परसन कवे कि यह कश्मीरी सैफरन है, ठीक है, वो अपना नाम लगा के कवे कि इहनूं मैं प्रोड्यूस किया है भी कश्मीरी सैफरन है, तो वो अनऑथराइज्ड हो जाऊगा। कश्मीरी सैफरन किनू कवांगे? जिहड़ा कश्मीर दे विच उगाया जाऊगा। दैन हुण आपां पढ़दे हां कश्मीरी सैफरन दे बारे जिन्होंने GI टैग मिले। कश्मीरी सैफरन तुसीं इत्थे देख सकदे हो फ्लावर्स दे विच जिहड़ा रैड कलर का नज़र आ रहा है सैफरन है, केसर भी बोलते हैं इहनूं, ठीक है। सो ये है कि इट इज़ अ लॉन्ग थिक एंड हैज़ नैचुरल डीप रैड कलर हुंदा इहदा, ਇਹਦੇ ਵਿੱਚ बहुत ज़्यादा हाई एरोमा ਹੁੰਦੀ है, ठीक है, एंड इज़ प्रोसैसड विदाउट एडिंग एनी कैमिकल्स। ਜਿਹੜਾ कश्मीरी सैफरन है ਇਹਨੂੰ प्रोसैसिंग ਇਹਦੀ ਕੀਤੀ ਜਾਂਦੀ ਹੈ ਕੈਮੀਕਲਸ ਨੂੰ यूज़ ਕੀਤੇ बिना, ਤੇ ਇਹਦਾ बहुत अच्छा अरोमा ਹੁੰਦਾ है। द कलर ऑफ सैफरन इज़ यूनीक ड्यू टू हाई क्वालिटी ऑफ क्रोकिन। क्रोकिन ਦੀ अमाउंट ਇਹਦੇ ਵਿੱਚ बहुत ज़्यादा ਹੁੰਦੀ है, इसलिए ਇਹਦਾ कलर ਜਿਹੜਾ है ਉਹ ਆਪਣੇ ਆਪ 'ਚ यूनीक है। इट हैज़ हाई फ्लेवर बिकॉज ऑफ इट्स सैफरैनल। सैफरैनल दे करके ਇਹਦਾ हाई फ्लेवर है। दैन बिटरनेस इज़ ड्यू टू प्रेजेंस ऑफ पिक्रोक्रोसिन। पिक्रोक्रोसिन ਦੀ प्रेजेंस ਦੇ ਕਰਕੇ ਇਹਦਾ ਜਿਹੜਾ ਟੇਸਟ ਹੁੰਦਾ ਉਹ ਥੋੜਾ ਬਿਟਰ ਹੁੰਦਾ ਹੈ। ओके, कश्मीर सैफरन इकलौता ऐसा सैफरन है वर्ल्ड ਦੇ ਵਿੱਚ ਜਿਹਨੂੰ कि 1600 मीटर्स ਤੇ ਉਗਾਇਆ ਜਾਂਦਾ ਹੈ। द सैफरन अवेलेबल इन कश्मीर इज़ ऑफ 3 टाइप्स, लच्छा, मोंगरा एंड गुच्ची। ओके, 3 टाइप ਦਾ सैफरन ਮਿਲਦਾ कश्मीर ਦੇ ਵਿੱਚ, लच्छा, मोंगरा ਤੇ गुच्ची। ਉਹ ਤੋਂ ਬਾਅਦ ਨੈਕਸਟ ਹੁਣ ਆਪਾਂ ਪੜ੍ਹਦੇ ਹਾਂ, ਉਹ ਹੈਗੇ ਰਿਗਾਰਡਿੰਗ ਈਕੋਵ ਸੈਂਸ। ਇਟ ਇਜ਼ ਅ ਬਾਇਓ ਸੈਂਸਰ ਦੈਟ ਕੈਨ ਡਿਟੈਕਟ ਦ ਨੋਵਲ ਕਰੋਨਾ ਵਾਇਰਸ ਇਨ ਸਲਾਈਵਾ ਸੈਂਪਲਸ। ਇਹ ਬੇਸਿਕਲੀ ਹੈ ਕਿ ਤੁਹਾਨੂੰ ਪੇਪਰ 'ਚ ਸਿੱਧਾ ਆ ਜਾਊਗਾ ਕਿ ਈਕੋਵ ਸੈਂਸ ਨਿਊਜ਼ 'ਚ ਸੀ, ਇਹ ਹੈ ਕਿ ਬਾਇਓ ਸੈਂਸਰ ਹੈ ਜਿਹੜਾ ਡਿਟੈਕਟ ਕਰਦਾ ਨੋਵਲ ਕਰੋਨਾ ਵਾਇਰਸ ਸਲਾਈਵਾ ਸੈਂਪਲਸ ਦੇ ਵਿੱਚ। ਇਟ ਹੈਜ਼ ਬੀਨ ਡਿਵੈਲਪਡ ਬਾਈ ਰਿਸਰਚਰਸ ਫਰੋਮ ਨੈਸ਼ਨਲ ਇੰਸਟੀਟਿਊਟ ਆਫ ਐਨੀਮਲ ਬਾਇਓਟੈਕਨੋਲੋਜੀ ਹੈਦਰਾਬਾਦ। ਇਸ ਚੀਜ਼ ਨੂੰ ਕਿਹਨਾਂ ਨੇ ਡਿਵੈਲਪ ਕੀਤਾ ਹੈ? ਨੈਸ਼ਨਲ ਇੰਸਟੀਟਿਊਟ ਆਫ ਐਨੀਮਲ ਬਾਇਓਟੈਕਨੋਲੋਜੀ, ਜਿਹਨੂੰ ਆਪਾਂ NIAB ਵੀ ਬੋਲਦੇ ਹਾਂ, ਜੋ ਕਿੱਥੇ ਹੈ? ਹੈਦਰਾਬਾਦ ਦੇ ਵਿੱਚ ਉਹਦੇ ਰਿਸਰਚਰਸ ਨੇ। ਦ ਡਿਵਾਈਸ ਗਿਵ ਰਿਜ਼ਲਟ ਵਿਦਿਨ 30 ਸੈਕਿੰਡਸ ਦੇ ਅੰਦਰ ਅੰਦਰ ਇਹ ਰਿਜ਼ਲਟ ਦੇ ਦਿੰਦਾ ਹੈ। ਓਕੇ, ਸੋ ਨੈਕਸਟ ਹੈ ਕਿ ਇਹ ਕਿਵੇਂ ਵਰਕ ਕਰਦਾ ਹੈ। ਦ ਡਿਵਾਈਸ ਕੰਸਿਸਟ ਆਫ ਕਾਰਬਨ ਇਲੈਕਟ੍ਰੋਡ ਐਂਡ ਕਰੋਨਾ ਵਾਇਰਸ ਐਂਟੀਬੋਡੀ। ਜਿਹੜਾ ਡਿਵਾਈਸ ਉਹਦੇ ਵਿੱਚ ਕਾਰਬਨ ਇਲੈਕਟ੍ਰੋਡ ਹੁੰਦਾ ਅਤੇ ਕਰੋਨਾ ਵਾਇਰਸ ਐਂਟੀਬੋਡੀ ਹੁੰਦੀ ਹੈ। ਦ ਐਂਟੀਬੋਡੀ ਇਜ਼ ਕੈਪੇਬਲ ਆਫ ਬਾਈਂਡਿੰਗ ਵਿਦ ਸਪਾਈਕ ਪ੍ਰੋਟੀਨ ਫਾਊਂਡ ਔਨ ਦ ਆਊਟਰ ਲੇਅਰ ਆਫ ਵਾਇਰਸ। ਕਹਿੰਦਾ ਜਿਹੜੀ ਉਹਨੇ ਐਂਟੀਬੋਡੀ ਹੈ ਇਹ ਬਾਈਂਡ ਕਰ ਜਾਂਦੀ ਹੈ ਸਪਾਈਕ ਪ੍ਰੋਟੀਨ ਨਾਲ, ਜੋ ਕਿ ਆਪਾਂ ਨੂੰ ਵਾਇਰਸ ਦੇ ਆਊਟਰ ਲੇਅਰ 'ਤੇ ਮਿਲਦਾ ਹੈ। ਕਰੋਨਾ ਵਾਇਰਸ ਦੇ ਅਗਰ ਆਪਾਂ ਕੁਝ ਸ਼ੇਪ ਦੇਖੀਏ ਨਾ ਤਾਂ ਕੁਝ ਇਸ ਤਰੀਕੇ ਦਾ ਹੈ। ਜਿਹੜੀ ਇਹ ਚੀਜ਼ ਹੈ ਨਾ ਇਹਨੂੰ ਸਪਾਈਕ ਬੋਲਿਆ ਗਿਆ। ਓਕੇ, ਸੋ ਜਿਹੜੀ ਐਂਟੀਬੋਡੀ ਹੈ ਉਹ ਬਾਈਂਡ ਕਰ ਜਾਂਦੀ ਹੈ ਸਪਾਈਕ ਪ੍ਰੋਟੀਨ ਨਾਲ, ਜੋ ਕਿ ਆਪਾਂ ਨੂੰ ਕਰੋਨਾ ਵਾਇਰਸ ਦੇ ਆਊਟਰ ਲੇਅਰਸ ਦੇ ਵਿੱਚ ਮਿਲਦੇ ਹੈ। ਐਨ ਇਲੈਕਟ੍ਰੀਕਲ ਸਿਗਨਲ ਇਜ਼ ਜਨਰੇਟਿਡ ਵੈਨ ਦ ਐਂਟੀਜਨ ਐਂਡ ਐਂਟੀਬੋਡੀ ਬਾਈਂਡਸ। ਤੇ ਇੱਕ ਇਲੈਕਟ੍ਰੀਕਲ ਸਿਗਨਲ ਜਨਰੇਟ ਹੁੰਦਾ ਜਦੋਂ ਇਹ ਦੋਨੋਂ ਆਪਸ 'ਚ ਬਾਈਂਡ ਕਰਦੇ ਆ, ਤੇ ਅਗਰ ਇਲੈਕਟ੍ਰੀਕਲ ਸਿਗਨਲ ਮਿਲ ਗਿਆ ਤਾਂ ਪਤਾ ਲੱਗ ਜਾਂਦਾ ਕਿ ਪਰਸਨ ਨੂੰ ਕਰੋਨਾ ਵਾਇਰਸ ਹੈਗਾ। ਓਕੇ, ਸੋ ਨੈਕਸਟ ਕਰੰਟ ਅਫੇਅਰ ਹੈ ਰਿਗਾਰਡਿੰਗ ਸੈਟੇਲਾਈਟ। ਸੈਟੇਲਾਈਟ ਦਾ ਨਾਮ ਕੀ ਹੈ? ਆਰਕਟਿਕਾ M। ਰਸ਼ੀਆ ਲਾਂਚ ਕਰਨ ਜਾ ਰਿਹਾ ਆਪਣੀ ਫਸਟ ਆਰਕਟਿਕਾ M ਸੈਟੇਲਾਈਟ ਟੂ ਮੋਨੀਟਰ ਦਾ ਆਰਕਟਿਕ ਕਲਾਈਮੇਟ ਐਂਡ ਇਨਵਾਇਰਮੈਂਟ। ਓਕੇ, Russia's Arctica M remote sensing and emergency communication satellite will gather meteorological data in the polar regions of Earth. अर्थ ਦੇ ਜਿਹੜੇ ਪੋਲਰ ਰੀਜਨਸ ਹੈ ਉੱਥੋਂ ਡਾਟਾ ਇਕੱਠਾ ਕਰੂ ਜਿਹੜੀ ਸੈਟੇਲਾਈਟ ਹੈ, ਵਿਚ ਵਿਲ ਅਲਾਓ ਟੂ ਇੰਪਰੂਵ ਵੈਦਰ ਫੋਰਕਾਸਟ ਐਂਡ ਵਿਲ ਇਨੇਬਲ ਸਾਇੰਟਿਸਟ ਟੂ ਬੈਟਰ ਸਟੱਡੀ ਕਲਾਈਮੇਟ ਚੇਂਜ। ਜਿਹੜੀ ਕਿ ਹੈਲਪ ਕਰੂਗੀ ਵੈਦਰ ਨੂੰ ਫੋਰਕਾਸਟ ਕਰਨ ਦੇ ਲਈ, ਤੇ ਸਾਇੰਟਿਸਟ ਨੂੰ ਇਹ ਨਾਲ ਮਦਦ ਮਿਲੂਗੀ ਕਿ ਉਹ ਕਲਾਈਮੇਟ ਚੇਂਜ ਦੇ ਬਾਰੇ ਵੀ ਅੱਛੇ ਤਰੀਕੇ ਨਾਲ ਸਟੱਡੀ ਕਰ ਸਕਣ। ਓਕੇ, ਸੋ ਇਹਦੇ ਵਿੱਚ ਤੁਸੀਂ ਮੇਨ ਗੱਲ ਇਹ ਯਾਦ ਰੱਖਣੀ ਹੈ ਕਿ ਜਿਹੜੀ ਸੈਟੇਲਾਈਟ ਹੈ ਉਹ ਕਿਹੜੀ ਕੰਟਰੀ ਨੇ ਲਾਂਚ ਕੀਤੀ ਹੈ? ਰਸ਼ੀਆ ਨੇ। ਤੇ ਸੈਟੇਲਾਈਟ ਦਾ ਕੰਮ ਕੀ ਹੈ ਉਹ ਪਤਾ ਹੋਣਾ ਚਾਹੀਦਾ। ਬੇਸਿਕਲੀ ਇਹਨੂੰ ਕਲਾਈਮੇਟ ਚੇਂਜ ਦੀ ਸਟੱਡੀ ਕਰਨ ਦੇ ਲਈ, ਵੈਦਰ ਫੋਰਕਾਸਟਿੰਗ ਦੇ ਲਈ ਯੂਜ਼ ਕੀਤਾ ਜਾਊਗਾ। ਓਕੇ,
नैक्सट करंट अफेयर है रिगार्डिंग गरुड़ पोर्टल। DGCA ने लॉन्च किया गरुड़ पोर्टल नू टू फास्ट ट्रैक एग्जैम्पशनस ऑफ करोना वायरस रिलेटेड ड्रोन ऑपरेशंस। गरुड़ दी अगर आप फुल फॉर्म देखिए की है गवर्नमेंट ऑथराइजेशन फॉर रिलीफ यूजिंग ड्रोन्स। द पोर्टल विल हेल्प स्टेट ऑन एंटिटीज इन सीकिंग एग्जम्पशन फ्रॉम सेंट्रल गवर्नमेंट फॉर करोना वायरस रिलेटेड ड्रोन ऑपरेशन। जोड़ा पोर्टल है वो हेल्प करूगा स्टेट ऑन एंटिटीज़ की कि वो एग्जम्पशन लै सकदियां सेंट्रल गवर्नमेंट तो कादे लई फॉर करोना वायरस रिलेटेड ड्रोन ऑपरेशंस दे लई। ओके सो नैक्सट न्यूज़ है रिगार्डिंग महाकवच ऐप। जी ऐप है सब तो पहला लॉन्च किने किया है गवर्नमेंट ऑफ महाराष्ट्र ने है कि इट्स अ रियल टाइम डिजिटल कॉन्टैक्ट ट्रेसिंग मोबाइल ऐप जिहदी हैल्प नाल वो सारे पेशेंट्स जिन्होंने क्वारंटाइन किया गया है उन्होंने ट्रैकिंग की जा सकती है। ओके ये विच सैल्फी का भी फीचर रखा गया है कि अगर किसी भी परसन को क्वारंटाइन किया गया तो उन्होंने कह सकते हैं किसी भी टाइम पर कि अपनी सैल्फी भेजो ताकि वो पता लग सके कि वो वाकई अपने घर च ने कि इधर उधर घूम फिर रहे हैं। ओके जी ऐप है वो कोई भी इंडिविजुअल यूज़ कर सकता है जिन्होंने डॉक्टर ने परमिशन दी हो यूज़ करने की, ठीक है, और मैडिकल वर्कर। द ऐप विल नॉट बी असैसेबल टू एवरीवन। ये जी ऐप है हर किसी को असैसेबल नहीं हैगी एज द स्टेट गवर्नमेंट एम्स टू यूज़ इट फॉर वैरी टारगेटिड केसिस, क्योंकि स्टेट गवर्नमेंट का मनना है कि इन्होंने बहुत ही स्पैसीफिक केसिस के यूज़ किया जाना चाहिए। ओके वो तो बाद नैक्सट करंट अफेयर है रिगार्डिंग डिफेंस रिसर्च अल्ट्रा वायलेट सैनिटाइजर या फिर ध्रुव। इनू डेवलप किया हैदराबाद बेस्ड रिसर्च सेंटर इमारत ने मीनस RCI। ओके जी कि DRDO की लैब है। सो ये बहुत इंपॉर्टेंट क्वेश्चन है। सब तो पहला तो तुसी ध्रुव की फुल फॉर्म याद रखियो की है डिफेंस रिसर्च अल्ट्रा वायलेट सैनिटाइजर। सो सैकेंड इनू डेवलप किने किया DRDO की लैब जिसका नाम है रिसर्च सेंटर इमारत जो कितने हैदराबाद दे विच। इट इज़ एन ऑटोमेटेड कॉन्टैक्टलैस UVC सैनिटाइजर कैबिनेट। इट हैज़ बीन डिजाइन टू सैनिटाइज मोबाइल एप्स, iPads, लैपटॉप्स, करेंसी नोट्स, चैक्स, चलान्स, पासपोर्ट पेपर, एनवेलप्स एक्सैक्ट्रा। बेसिकली की है कि तुसी इहदे अंदर नोट्स रख सकते हो, ठीक है, iPad रख सकते हो, मोबाइल फोन रख सकते हो, तो जो तुसी इहदे अंदर रखोगे तो अपने UV रेज की हैल्प के नाल सैनिटाइज हो जाएगा। ओके सो नैक्सट करंट अफेयर है रिगार्डिंग FIR आपके द्वार। एक पायलट प्रोजैक्ट है जिन्हों कि मध्य प्रदेश गवर्नमेंट ने लॉन्च किया है। डायरैक्टली क्वेश्चन आ सकता है FIR आपके द्वार किन्हों ने लॉन्च किया है? मध्य प्रदेश गवर्नमेंट ने। इस इनिशिएटिव के अंदर जी FIRs ने FIR की फुल फॉर्म की होंगी है फर्स्ट इन्फॉर्मेशन रिपोर्ट, ठीक है, वो सीधी लोगों के घर च पहुँच जूगी। ट्रेन हेड कॉन्स्टेबल इन अ फर्स्ट रिस्पॉन्स व्हीकल a GPS fitted fleet that attend to emergency call will file the FIR on the spot for non serious offence। on the spot FIR ਜਿਹੜੀ ਹੈਗੀ ਹੈ ਉਹਨੂੰ फाइल किया जाऊगा नॉन सीरीयस ऑफेंसिस ਲਈ। अगर कोई सीरीयस केस है तो वो सीनियर्स ਨੂੰ कंसल्ट किया जाऊगा। सो 10th करंट अफेयर है रिगार्डिंग चैंपियंस पोर्टल। ये पोर्टल सब तो पहला तो लॉन्च किने किया ये पता होना चाहिए यूनियन मिनिस्ट्री ऑफ MSME। ये है कि इट इज़ अ टैक्नोलॉजी ड्रिवन कंट्रोल रूम कम मैनेजमेंट इन्फॉर्मेशन सिस्टम। अगर आप चैंपियंस की फुल फॉर्म की गल करिए कि है क्रिएशन एंड हारमोनीयस एप्लीकेशन ऑफ मॉडर्न प्रोसैसिस फॉर इनक्रीजिंग द आउटपुट एंड नैशनल स्ट्रेंथ। जोड़ा चैंपियन पोर्टल है यूटिलाइज करूगा ICT टूल्स जिमें कि टैलीफोन, इंटरनेट, वीडियो कॉन्फ्रेंसिस वगैरह। तो यदा एम के असिस्ट करना MSMEs नूं ताकि वह नैशनल ते ग्लोबल लैवल के चैंपियंस बन सकन, ठीक है। इत्थे लिखा हुआ है इट एम्स टू मेक द स्मॉलर यूनिट्स बिग बाय प्रोवाइडिंग दैम वेरियस फैसिलिटीज़ सच एज सॉल्विंग देयर ग्रीवेंसेस, इनकरेजिंग सपोर्टिंग, हेल्पिंग एंड हैंड होल्डिंग। बेसिकली जेडे भी स्मॉलर यूनिट्स हैं, जेडे भी स्मॉल MSMEs ने उन्होंने बिग दे विच कन्वर्ट करना कि वो अपने आप को होर ज़्यादा डेवलप कर पान, ठीक है। ऐसी फैसिलिटीज़ ये पोर्टल दे विच उन्होंने दित्तियां जाणगियां जिवें कि उन्होंने कोई भी प्रॉब्लम है उन्होंने सुलझाया जाऊगा, इनकरेज किया जाऊ, सपोर्ट किया जाऊगा उन्होंने। ओके जे ऐसी हैल्प कर सकते होंगे उसी हैल्प की जाऊगी। सो यह चीज़ है। और तो बाद नैक्सट 11th करंट अफेयर है रिगार्डिंग इंटरनेशनल टी डे। फर्स्ट इंटरनेशनल टी डे जोड़ा है वो यूनाइटेड नेशनस के द्वारा सैलीब्रेट किया गया कदों 21 मई नूं। फूड एंड एग्रीकल्चर ऑर्गेनाइजेशन जो है उन्हें यदी ऑब्जर्वेंस की डे दी। ओके मतलब वो निगरानी के अंडर इनू ऑर्गेनाइज किया गया। उस तो बाद नैक्सट है द एम इज़ टू रेज अवेयरनेस ऑफ लॉन्ग हिस्टरी एंड डीप कल्चर एंड इकनॉमिक सिग्निफिकेंस ऑफ टी अराउंड द वर्ल्ड। कि टी की कितनी सिग्निफिकेंस है, हिस्टोरिकल सिग्निफिकेंस या कल्चरल सिग्निफिकेंस है, उस चीज़ के बारे अवेयरनेस फैलाने के लिए ये दिन मनाया जान लग्या। ओके
ਸੋ ਇਹਦੇ ਬਾਰੇ ਯਾਦ ਰੱਖਿਓ, ਕੁਐਸਚਨ ਪੁੱਛ ਸਕਦੇ ਹਾਂ ਕਿਉਂਕਿ ਫਸਟ ਟਾਈਮ ਇਹ ਮਨਾਇਆ ਜਾ ਰਿਹਾ। ਸੋ ਨੈਕਸਟ ਕਰੰਟ ਅਫੇਅਰ ਹੈ ਰਿਗਾਰਡਿੰਗ ਇੰਟਰਨੈਸ਼ਨਲ ਡੇ ਫॉर ਬਾਇਓਲੋਜੀਕਲ ਡਾਇਵਰਸਿਟੀ। ਕਦੋਂ ਮਨਾਉਂਦੇ ਆ? 22 ਮਈ ਨੂੰ, ਠੀਕ ਹੈ, ਤਾਂ ਕਿ ਅਵੇਅਰਨੈਸ ਫੈਲਾਈ ਜਾ ਸਕੇ ਰਿਗਾਰਡਿੰਗ ਬਾਇਓਡਾਇਵਰਸਿਟੀ ਇਸ਼ੂਜ਼। ਅਗਰ ਆਪਾਂ ਇਸ ਸਾਲ ਦੇ ਥੀਮ ਦੀ ਗੱਲ ਕਰੀਏ, ਇਸ ਦਿਨ ਦਾ ਕੀ ਥੀਮ ਰਿਹਾ, ਔਰ ਸੋਲਿਊਸ਼ਨਸ ਆਰ ਇਨ ਨੇਚਰ। ਓਕੇ, ਦ ਰੈਜ਼ੋਲੂਸ਼ਨ ਟੂ ਸੈਲੀਬ੍ਰੇਟ ਦ ਡੇ ਵਾਜ਼ ਅਡੋਪਟਡ ਇਨ 1992। ਜਿਹੜਾ ਡੇ ਹੈ ਉਹ ਸਭ ਤੋਂ ਪਹਿਲਾਂ 29 ਦਸੰਬਰ ਨੂੰ ਮਨਾਇਆ ਜਾਂਦਾ ਸੀ, ਮਤਲਬ 1993 ਤੋਂ ਲੈ ਕੇ 2000 ਤੱਕ ਇਹ ਜਿਹੜਾ ਦਿਨ ਹੈ ਉਹ 29 ਦਸੰਬਰ ਨੂੰ ਮਨਾਉਂਦੇ ਸੀ, ਬਟ ਹੁਣ ਕਦੋਂ ਮਨਾਉਂਦੇ ਆ? 22 ਮਈ ਨੂੰ। ਇਹ ਚੀਜ਼ ਇੰਨੀ ਇੰਪੋਰਟੈਂਟ ਨਹੀਂ ਹੈਗੀ, ਬਸ ਵੈਸੇ ਹੀ ਤੁਹਾਨੂੰ ਦੱਸ ਰਹੀ ਹਾਂ ਨੌਲੇਜ ਦੇ ਲਈ। ਇਟ ਵਾਜ਼ ਮਾਰਕਡ ਔਨ December 29 to celebrate the day the Convention on Biological Diversity came into effect। ਕਿਉਂ ਮਨਾਉਂਦੇ ਸੀ 29 ਦਸੰਬਰ ਨੂੰ? ਬਿਕੋਜ਼ ਇਸ ਦਿਨ ਜਿਹੜੀ ਕਨਵੈਨਸ਼ਨ ਹੋਈ ਸੀ ਬਾਇਓਲੋਜੀਕਲ ਡਾਇਵਰਸਿਟੀ ਦੇ ਉੱਪਰ, ਉਹ ਇਫੈਕਟ 'ਚ ਆਈ ਸੀ। It was later shifted to 22 May to commemorate the adoption of convention at Rio Earth Summit। ਫਿਰ ਜਿਸ ਦਿਨ ਕਨਵੈਨਸ਼ਨ ਨੂੰ ਅਡੋਪਟ ਕੀਤਾ ਗਿਆ, ਉਸ ਚੀਜ਼ ਨੂੰ ਕਮੈਮੋਰੇਟ ਕਰਨ ਦੇ ਲਈ ਫਿਰ ਇਹਨੂੰ ਲੇਟਰ 22 ਮਈ ਨੂੰ ਸ਼ਿਫਟ ਕਰ ਦਿੱਤਾ ਗਿਆ ਸੀ। ਓਕੇ, ਸੋ ਨੈਕਸਟ ਕਰੰਟ ਅਫੇਅਰ ਹੈ 13th। ਐਸੀ ਫਸਟ ਸਟੇਟ ਦੱਸੋ ਇੰਡੀਆ ਦੀ ਕਿਹੜੀ ਹੈ ਜਿਹਨੇ ਕਿ ਸਪੋਰਟਸ ਨੂੰ ਇੰਡਸਟਰੀ ਸਟੇਟਸ ਦਿੱਤਾ? ਸੋ ਕਿਹੜੀ ਸਟੇਟ ਹੈ? ਮਿਜ਼ੋਰਮ। ਯਾਦ ਰੱਖਿਓ, ਕਾਫੀ ਇੰਪੋਰਟੈਂਟ ਕਰੰਟ ਅਫੇਅਰ ਹੈ, ਆ ਸਕਦਾ ਹੈ ਪੇਪਰ ਦੇ ਵਿੱਚ, ਠੀਕ ਹੈ। ਤੇ ਕਿਉਂ ਦਿੱਤਾ? ਤਾਂ ਕਿ ਇਨਵੈਸਟਮੈਂਟ ਵਧੇ ਸਪੋਰਟਸ ਦੇ ਵਿੱਚ। ਓਕੇ, ਸੋ ਨੈਕਸਟ 14th ਕਰੰਟ ਅਫੇਅਰ ਹੈ ਜਿਹੜਾ ਬਿਹਾਰ ਦਾ ਪੋਸਟਲ ਸਰਕਲ ਹੈ, ਡਿਪਾਰਟਮੈਂਟ ਆਫ ਪੋਸਟ ਹੈ ਬਿਹਾਰ ਦਾ। ਉਹਨਾਂ ਨੇ ਕੀ ਕਿਹਾ ਹੈ? ਸ਼ਾਹੀ ਲੀਚੀ ਤੇ ਜਰਦਾਲੂ ਮੈਂਗੋ ਨੂੰ ਉਹ ਡਿਲੀਵਰ ਕਰਨਗੇ ਲੋਕਾਂ ਦੇ ਘਰਾਂ ਤੱਕ। ਓਕੇ, ਅਗਰ ਆਪਾਂ ਸ਼ਾਹੀ ਲੀਚੀ ਦੇ ਬਾਰੇ ਪੜ੍ਹੀਏ ਤਾਂ ਮੇਨਲੀ ਇਹਨੂੰ ਮੁਜ਼ੱਫਰਪੁਰ ਦੇ ਵਿੱਚ ਉਗਾਇਆ ਜਾਂਦਾ ਹੈ। ਇਹ ਬਹੁਤ ਜ਼ਿਆਦਾ ਜਿਹੜਾ ਇਹਦਾ ਪਲਪ ਹੁੰਦਾ ਬਹੁਤ ਜ਼ਿਆਦਾ ਹੁੰਦਾ ਇਹਦੇ ਅੰਦਰ, ਅਤੇ ਜੂਸੀ ਹੁੰਦੀ ਹੈ ਕਾਫੀ, ਅਗਰ ਆਪਾਂ ਦੂਸਰੀ ਲੀਚੀਜ਼ ਦੇ ਕੰਪੈਰੀਜ਼ਨ ਦੇ ਵਿੱਚ ਦੇਖੀਏ, ਠੀਕ ਹੈ। ਅਗਰ ਆਪਾਂ ਦੇਖੀਏ ਇੱਥੇ ਮੁਜ਼ੱਫਰਪੁਰ ਦੇ ਵਿੱਚ ਜਿਹੜੀ ਕੰਡੀਸ਼ਨਸ ਆ ਬਹੁਤ ਅੱਛੀਆਂ ਮਿਲ ਜਾਂਦੀਆਂ, ਕਿਉਂਕਿ ਇੱਥੇ ਹਿਊਮਿਡ ਕੰਡੀਸ਼ਨਸ ਮਿਲ ਜਾਂਦੀਆਂ ਅਤੇ ਐਲੀਵਲ ਸੋਇਲ ਮਿਲ ਜਾਂਦੀ ਹੈ, ਤਾਂ ਕਰਕੇ ਉੱਥੇ ਅੱਛੇ ਤਰੀਕੇ ਨਾਲ ਇਹ ਲੀਚੀ ਨੂੰ ਉਗਾਇਆ ਜਾ ਸਕਦਾ। ਜਿਹੜੀ ਸ਼ਾਹੀ ਲੀਚੀ ਹੈ ਉਹਨੂੰ GI ਟੈਗ ਵੀ ਮਿਲਿਆ ਹੋਇਆ। ਉਹ ਤੋਂ ਬਾਅਦ ਨੈਕਸਟ ਹੈ ਜਰਦਾਲੂ ਮੈਂਗੋ। ਜਿਹੜਾ ਜਰਦਾਲੂ ਮੈਂਗੋ ਹੁੰਦਾ ਉਹ ਲਾਈਟ ਯੈਲੋ ਕਲਰ ਦਾ ਹੁੰਦਾ ਅਤੇ ਆਪਣੀ ਸਵੀਟ ਫਰੈਗਰੈਂਸ ਦੇ ਕਰਕੇ ਜਾਣਿਆ ਜਾਂਦਾ, ਮਤਲਬ ਮਿੱਠੀ ਮਿੱਠੀ ਜਿਹੀ ਸੁਗੰਧ ਆਉਂਦੀ ਹੁੰਦੀ ਹੈ ਇਹਦੇ ਵਿੱਚੋਂ। ਓਕੇ, ਅਤੇ ਇਹ ਕਿੱਥੇ ਮਿਲਦਾ ਹੈ? ਬਿਹਾਰ ਦੇ ਬਗਲਪੁਰ ਦੇ ਵਿੱਚ ਇਹਨੂੰ ਜ਼ਿਆਦਾਤਰ ਉਗਾਇਆ ਜਾਂਦਾ ਹੈ ਅਤੇ ਇਹਨੂੰ ਵੀ GI ਟੈਗ ਮਿਲਿਆ ਹੋਇਆ। ਸੋ ਯਾਦ ਰੱਖਿਓ। ਸੋ 15th ਕਰੰਟ ਅਫੇਅਰ ਹੈ ਯੂਪੀ ਨੇ ਰੀਸੈਂਟਲੀ ਸਕਿੱਲ ਮੈਪ ਹੈ ਜਿਹੜੇ ਮਾਈਗਰੈਂਟਸ ਆ ਉਹਨੂੰ ਰਿਲੀਜ਼ ਕੀਤਾ ਹੈ। ਯੂਪੀ ਗਵਰਨਮੈਂਟ ਹੈਜ਼ ਰਿਲੀਜ਼ਡ ਇਟਸ ਫਸਟ ਸਕਿੱਲ ਮੈਪ ਆਫ ਮਾਈਗਰੈਂਟ ਵਰਕਰਸ ਹੂ ਰਿਟਰਨ ਟੂ ਸਟੇ ਡਿਊਰਿੰਗ ਲੋਕਡਾਊਨ। ਲੋਕਡਾਊਨ ਦੇ ਦੌਰਾਨ ਜਿੰਨੇ ਵੀ ਵਰਕਰਸ ਵਾਪਿਸ ਆਏ ਆ ਯੂਪੀ ਦੇ ਵਿੱਚ, ਉਹਨਾਂ ਦਾ ਸਕਿੱਲ ਮੈਪ ਰਿਲੀਜ਼ ਕੀਤਾ ਗਿਆ। The government has said that it will provide them employment in the state as per their skills and experience and will constitute a migrant commission for the purpose। ਗਵਰਨਮੈਂਟ ਦਾ ਕਹਿਣਾ ਹੈ ਕਿ ਜਿਹੜੇ ਸਕਿੱਲ ਮੈਪ ਹੈ ਇਹਦੀ ਹੈਲਪ ਦੇ ਨਾਲ ਸਟੇਟ ਦੇ ਅੰਦਰ ਹੀ ਇਹ ਲੋਕਾਂ ਨੂੰ ਕੰਮ ਮਿਲ ਪਾਊਗਾ ਉਹਨਾਂ ਦੇ ਸਕਿੱਲਸ ਦੇ ਅਕੋਰਡਿੰਗ, ਉਹਨਾਂ ਦੇ ਐਕਸਪੀਰੀਅੰਸ ਦੇ ਅਕੋਰਡਿੰਗ, ਠੀਕ ਹੈ। ਅਤੇ ਨਾਲ ਇਹਨਾਂ ਦੇ ਲਈ ਇੱਕ ਮਾਈਗਰੈਂਟ ਕਮਿਸ਼ਨ ਵੀ ਬਣਾਇਆ ਜਾਊਗਾ। ਦ ਲਿਸਟ ਇਨਕਲੂਡਸ ਕੰਸਟਰਕਸ਼ਨ ਵਰਕਰਸ। ਹੁਣ ਇਹਦੇ ਵਿੱਚ ਕੌਣ ਕੌਣ ਹੈ? ਕੰਸਟਰਕਸ਼ਨ ਵਰਕਰਸ, ਪੇਂਟਰਸ, ਕਾਰਪੈਂਟਰਸ, ਡਰਾਈਵਰਸ, ਇਲੈਕਟ੍ਰੀਸ਼ੀਅਨਸ, ਦੈਨ ਪਰਸਨਸ ਜਿਹੜੇ ਐਸੋਸੀਏਟ ਨੇ ਇਲੈਕਟ੍ਰੋਨਿਕਸ ਦੇ ਨਾਲ, ਸਿਕਿਉਰਿਟੀ ਗਾਰਡਸ, ਫਰਨੀਚਰ, ਫਿਟਿੰਗ ਵਰਕਰਸ ਐਂਡ ਆਟੋ ਰਿਪੇਅਰ ਮਸ਼ੀਨਸ ਦੇ ਨਾਲ ਜਿਹੜੇ ਰਿਲੇਟਿਡ ਹੈ। ਓਕੇ, ਸੋ ਆਈ ਹੋਪ ਅੱਜ ਜਿੰਨੇ ਵੀ ਕਰੰਟ ਅਫੇਅਰਸ ਆਪਾਂ ਨੇ ਡਿਸਕਸ ਕੀਤੇ ਸਾਰੇ ਤੁਹਾਨੂੰ ਅੱਛੇ ਤਰੀਕੇ ਨਾਲ ਸਮਝ ਲੱਗ ਗਏ ਹੋਣਗੇ। ਸੋ ਆਈ ਹੋਪ ਅੱਜ ਆਪਾਂ ਜਿੰਨੇ ਵੀ ਕਰੰਟ ਅਫੇਅਰਸ ਡਿਸਕਸ ਕੀਤੇ ਤੁਹਾਨੂੰ ਸਾਰੇ ਸਮਝ ਆ ਗਏ ਹੋਣਗੇ। ਇਸ ਸੀਰੀਜ਼ ਦੇ ਵਿੱਚ ਜਿੰਨੇ ਵੀ ਇੰਪੋਰਟੈਂਟ ਕਰੰਟ ਅਫੇਅਰਸ ਹੈ ਪਾਸਟ 6 ਮੰਥ ਦੇ ਉਹ ਸਾਰੇ ਤੁਹਾਡੇ ਕਵਰ ਹੋ ਜਾਣਗੇ। ਸੋ ਇਸ ਸੀਰੀਜ਼ ਨੂੰ ਤੁਸੀਂ ਜ਼ਰੂਰ ਦੇਖਿਓ। ਓਕੇ, ਇਹਦੇ ਉੱਪਰ ਆਈ ਥਿੰਕ 3 to 4 ਵੀਡੀਓਜ਼ ਹੋਰ ਅਪਲੋਡ ਕੀਤੀਆਂ ਜਾਣਗੀਆਂ ਤਾਂ ਕਿ ਤੁਹਾਡਾ ਕੋਈ ਵੀ ਕਰੰਟ ਅਫੇਅਰ ਬਚੇ ਨਾ। ਜਿੰਨੇ ਵੀ ਇੰਪੋਰਟੈਂਟ ਕਰੰਟ ਅਫੇਅਰਸ ਹੈ ਸਾਰੇ ਤੁਹਾਡੇ ਸੀਰੀਜ਼ ਦੇ ਵਿੱਚ ਕਵਰ ਹੋ ਜਾਣ। ਓਕੇ, ਸੋ ਮਿਲਦੇ ਹਾਂ ਨੈਕਸਟ ਲੈਕਚਰ ਦੇ ਵਿੱਚ। ਅੱਜ ਲਈ ਇੰਨਾ ਹੀ। ਥੈਂਕ ਯੂ ਸੋ ਮਚ। ਹੈਵ ਅ ਨਾਈਸ ਡੇ ਅਤੇ ਆਪਣਾ ਧਿਆਨ ਰੱਖੋ।